Hello dear students, welcome to my channel Education Simplified by OCDC. This is विनोद कुमार गर्ग ਤੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਐਲਰਜੀ ਦੇ ਬਾਰੇ ਕਿ ਐਲਰਜੀ ਕੀ ਹੁੰਦੀ ਹੈ, ਮਾਸਟ ਸੈੱਲ ਦਾ ਐਲਰਜੀ ਵਿੱਚ ਕੀ ਰੋਲ ਹੈ, ਹਿਸਟਾਮਾਈਨ ਕੀ ਹੁੰਦੇ ਹਨ, ਹੀ ਫੀਵਰ ਕੀ ਹੁੰਦਾ ਹੈ ਤੇ ਐਨਾਫਾਈਲੈਕਟਿਕ ਸ਼ੌਕ ਤੋਂ ਕੀ ਭਾਵ ਹੈ। ਓਕੇ, ਸੋ ਵੀ ਆਰ ਗੋਇੰਗ ਟੂ ਟਾਕ ਅਬਾਊਟ ਐਲਰਜੀ, ਮਾਸਟ ਸੈੱਲ, ਹਿਸਟਾਮਾਈਨਸ, ਹੀ ਫੀਵਰ ਐਂਡ ਐਨਾਫਾਈਲੈਕਟਿਕ ਸ਼ੌਕ। ਤਾਂ ਸ਼ੁਰੂ ਕਰਦੇ ਹਾਂ ਆਪਾਂ ਵੀਡੀਓ। What are allergies? Allergic reaction occurs when person's immune system become hypersensitive to certain substances। मतलब ਜਦੋਂ ਕਿਸੇ ਇਨਸਾਨ ਦਾ ਇਮਿਊਨ ਸਿਸਟਮ ਕਿਸੇ ਪਦਾਰਥ ਪ੍ਰਤੀ ਬਹੁਤ ਤੇਜ਼ ਰਿਸਪੌਂਸ ਕਰਨ ਲੱਗ ਜੇ, ਬਹੁਤ ਜ਼ਿਆਦਾ ਰਿਸਪੌਂਸ ਕਰਨ ਲੱਗ ਜੇ ਤਾਂ ਉਸ ਨੂੰ ਆਪਾਂ ਐਲਰਜਿਕ ਰਿਐਕਸ਼ਨ ਕਹਿੰਦੇ ਆ। ਠੀਕ ਹੈ, ਔਰ ਇਹ ਐਲਰਜੀ ਫੂਡ ਪ੍ਰਤੀ ਹੋ ਸਕਦੀ ਹੈ, ਪੋਲਨ ਮਤਲਬ ਜਿਹੜੇ ਫੁੱਲਾਂ ਦੇ ਕਣ ਪਰਾਗ ਕਣ ਹੁੰਦੇ ਨੇ ਉਹਨਾਂ ਪ੍ਰਤੀ ਹੋ ਸਕਦੀ ਹੈ, ਕਿਸੇ ਮੈਡੀਸਨ ਤੋਂ ਹੋ ਸਕਦੀ ਹੈ ਜਾਂ ਕਿਸੇ ਬੀ ਵਿਨੋਮ ਜਿਵੇਂ ਕਿ ਕੋਈ ਮੱਖੀ ਆਪਣੇ ਲੜ ਜਾਂਦੀ ਹੈਗੀ, ਮਧੂ ਮੱਖੀ ਵਗੈਰਾ, ਤਾਂ ਉਹਦੇ ਜ਼ਹਿਰ ਨਾਲ ਵੀ ਐਲਰਜੀ ਹੋ ਸਕਦੀ ਹੈ। ਆ ਸਬਸਟੈਂਸ ਦੈਟ ਕਾਜ਼ ਐਨ ਐਲਰਜਿਕ ਰਿਐਕਸ਼ਨ ਇਜ਼ ਕਾਲਡ ਐਨ ਐਲਰਜਨ। ਮਤਲਬ ਜਿਸ ਪਦਾਰਥ ਤੋਂ ਵੀ ਆਪਾਂ ਨੂੰ ਐਲਰਜੀ ਹੋ ਸਕਦੀ ਹੈ ਉਸ ਪਦਾਰਥ ਨੂੰ ਐਲਰਜਨ ਕਿਹਾ ਜਾਂਦਾ ਹੈ। ਓਕੇ, ਮੈਨੀ ਐਲਰਜਨ ਆਰ ਐਵਰੀਡੇ ਸਬਸਟੈਂਸਸ ਦੈਟ ਆਰ ਹਾਰਮਲੈਸ ਟੂ ਮੋਸਟ ਪੀਪਲ। ਮਤਲਬ ਇਹ ਐਲਰਜਨ ਉਹ ਪਦਾਰਥ ਹੀ ਹੁੰਦੇ ਨੇ ਜੋ ਆਪਾਂ ਰੋਜ਼ਾਨਾ ਵਰਤਦੇ ਹਾਂ ਤੇ ਕਈ ਲੋਕਾਂ ਨੂੰ ਇਹਨਾਂ ਤੋਂ ਕੋਈ ਐਲਰਜੀ ਨਹੀਂ ਹੁੰਦੀ, ਪਰ ਕਿਸੇ ਨੂੰ ਐਲਰਜੀ ਹੋ ਸਕਦੀ ਹੈ ਸੇਮ ਪਦਾਰਥ ਤੋਂ। ਹਾਊਐਵਰ ਐਨੀਥਿੰਗ ਕੈਨ ਬੀ ਐਨ ਐਲਰਜਨ ਇਫ ਐਨ ਇਮਿਊਨ ਸਿਸਟਮ ਹੈਜ਼ ਅ ਸਪੈਸੀਫਿਕ ਟਾਈਪ ਆਫ ਐਡਵਰਸ ਰਿਐਕਸ਼ਨ ਟੂ ਇਟ। ਮਤਲਬ ਕੋਈ ਵੀ ਉਹ ਚੀਜ਼ ਜਿਹਦੇ ਪ੍ਰਤੀ ਆਪਣਾ ਸਰੀਰ ਇੱਕ ਮਤਲਬ ਖਤਰਨਾਕ ਰਿਐਕਸ਼ਨ ਕਰਦਾ ਗਾ ਤਾਂ ਉਹ ਪਦਾਰਥ ਐਲਰਜਨ ਹੋ ਸਕਦਾ ਹੈ। ਠੀਕ ਹੈ, ਤੇ ਹੁਣ ਆਪਾਂ ਗੱਲ ਕਰਾਂਗੇ ਅੱਗੇ। One of the role of immune system is to destroy the harmful substance in the body। ਕਿ ਜਿਹੜੀ ਵੀ ਚੀਜ਼ ਦੇ ਪ੍ਰਤੀ ਆਪਣਾ ਸਰੀਰ ਜ਼ਿਆਦਾ ਰਿਐਕਟ ਕਰੂਗਾ ਤਾਂ ਆਪਣਾ ਸਰੀਰ ਉਸ ਪਦਾਰਥ ਨੂੰ ਬੋਡੀ ਦੇ ਵਿੱਚੋਂ ਖਤਮ ਕਰਨ ਦੀ ਕੋਸ਼ਿਸ਼ ਕਰਦਾ ਗਾ। If a person has allergy to a substance, their immune system will react as though that the substance is harmful and will try to destroy it। ਮਤਲਬ ਕੋਈ ਵੀ ਉਹ ਚੀਜ਼ ਜਿਹੜੀ ਸਰੀਰ ਦੇ ਵਿੱਚ ਜਾ ਕੇ ਐਲਰਜਨ ਦਾ ਕੰਮ ਕਰਦੀ ਹੈ ਤਾਂ ਆਪਣਾ ਸਰੀਰ ਉਸ ਨੂੰ ਇਸ ਤਰੀਕੇ ਨਾਲ ਰਿਐਕਟ ਕਰਦਾ ਗਾ, ਇਹ ਸਮਝ ਕੇ ਕਿ ਉਹ ਸਬਸਟੈਂਸ ਆਪਣੇ ਲਈ ਹਾਰਮਫੁਲ ਹੈ ਤੇ ਆਪਣਾ ਸਰੀਰ ਉਹਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਗਾ, ਮਤਲਬ ਖਤਮ ਕਰਨ ਦੀ ਕੋਸ਼ਿਸ਼ ਕਰਦਾ ਗਾ। ਠੀਕ ਹੈ, ਦਿਸ ਰਿਐਕਸ਼ਨ ਕੈਨ ਲੀਡ ਟੂ ਮੈਨੀ ਸਿੰਪਟਮਸ ਸੱਚ ਐਜ਼ ਸਵੈਲਿੰਗ। ਠੀਕ ਹੈ, ਔਰ ਜਿਹੜੀ ਸਵੈਲਿੰਗ ਹੈ ਇਹ ਆਪਣੇ ਏਅਰਵੇ ਨੂੰ ਅਫੈਕਟ ਕਰ ਸਕਦੀ ਹੈ ਤੇ ਆਪਣੀ ਲਾਈਫ ਨੂੰ ਥ੍ਰੈਟਨਿੰਗ ਵੀ ਹੋ ਸਕਦੀ ਹੈ। ਕੀ ਮਤਲਬ ਹੋਇਆ ਕਿ ਜਿਹੜਾ ਐਲਰਜਨ ਹੈ ਜਦੋਂ ਆਪਣਾ ਸਰੀਰ ਉਹਦੇ ਪ੍ਰਤੀ ਐਲਰਜੀ ਰਿਐਕਸ਼ਨ ਸ਼ੋਅ ਕਰਦਾ ਗਾ ਤਾਂ ਆਪਣੇ ਧੱਫੜ ਵਗੈਰਾ ਹੋ ਜਾਂਦੇ ਨੇ। ਠੀਕ ਹੈ, ਰੈਸ਼ਸ ਹੋ ਜਾਂਦੇ ਨੇ, ਸਵੈਲਿੰਗ ਹੋ ਜਾਂਦੀ ਹੈ, ਰੈਡਨੈਸ, ਟੈਂਡਰਨੈਸ, ਈਚਿੰਗ ਹੋ ਜਾਂਦੀ ਹੈ, ਮਤਲਬ ਖਾਰਸ਼ ਸ਼ੁਰੂ ਹੋ ਜਾਂਦੀ ਹੈ ਤੇ ਕਈ ਵਾਰ ਰੈਸਪੀਰੇਟਰੀ ਸਿਸਟਮ ਦੇ ਉੱਪਰ ਅਟੈਕ ਹੋ ਜਾਂਦਾ ਐਲਰਜਨ ਦਾ, ਮਤਲਬ ਸਾਹ ਆਉਣਾ ਬੰਦ ਹੋ ਜਾਂਦਾ ਤੇ ਡੈਥ ਵੀ ਹੋ ਸਕਦੀ ਹੈ। ਸੋ ਵਾਟ ਇਜ਼ ਐਲਰਜੀ? ਐਲਰਜੀ ਡਿਵੈਲਪ ਵੈਨ ਦਾ ਇਮਿਊਨ ਸਿਸਟਮ ਓਵਰ ਐਕਟ ਟੂ ਸਬਸਟੈਂਸ। ਮਤਲਬ ਆਪਣਾ ਸਰੀਰ ਕਿਸੇ ਵੀ ਪਦਾਰਥ ਦੇ ਪ੍ਰਤੀ ਜਦੋਂ ਓਵਰ ਐਕਟ ਕਰੇਗਾ, ਐਕਟ ਕਰਨਾ ਤਾਂ ਜ਼ਰੂਰੀ ਹੁੰਦਾ ਪਰ ਜਦੋਂ ਓਵਰ ਐਕਟ ਕਰੇਗਾ ਤਾਂ ਉਹਨੂੰ ਆਪਾਂ ਐਲਰਜੀ ਕਹਾਂਗੇ। ਠੀਕ ਹੈ, ਐਲਰਜੀਜ਼ ਡਿਵੈਲਪ ਵੈਨ ਅ ਪਰਸਨਸ ਇਮਿਊਨ ਸਿਸਟਮ ਓਵਰ ਐਕਟ ਟੂ ਸਬਸਟੈਂਸ ਦੈਟ ਆਰ ਯੂਜ਼ਲੀ ਹਾਰਮਲੈਸ। ਮਤਲਬ ਇਹ ਸਬਸਟੈਂਸ ਉਹ ਹੁੰਦੇ ਨੇ ਜਿਹੜੇ ਕਿ ਬਾਕੀ ਜਨਰਲ ਪਾਪੂਲੇਸ਼ਨ ਵਾਸਤੇ ਇਹ ਹਾਰਮਲੈਸ ਹੁੰਦੇ ਨੇ। ਮਤਲਬ ਇੱਕੋ ਹੀ ਪਦਾਰਥ ਬਾਕੀਆਂ ਵਾਸਤੇ ਫਾਇਦੇਮੰਦ ਹੋ ਸਕਦਾ, ਕਿਸੇ ਇੱਕ ਵਾਸਤੇ ਐਲਰਜਨ ਵੀ ਹੋ ਸਕਦਾ। ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਇੱਕ ਪਦਾਰਥ ਸਾਰਿਆਂ ਦੇ ਲਈ ਹੀ ਐਲਰਜਨ ਹੋਵੇ। ਠੀਕ ਹੈ, ਉਦਾਹਰਨ ਦੇ ਤੌਰ 'ਤੇ ਕਿਸੇ ਬੰਦੇ ਨੂੰ ਦੁੱਧ ਬਹੁਤ ਵਧੀਆ ਲੱਗਦਾ ਤਾਂ ਕਿਸੇ ਨੂੰ ਦੁੱਧ ਤੋਂ ਐਲਰਜੀ ਹੈ, ਕਿਸੇ ਨੂੰ ਕਣਕ ਦੇ ਪ੍ਰੋਡਕਟ ਚੰਗੇ ਲੱਗਦੇ ਨੇ ਤੇ ਕਿਸੇ ਨੂੰ ਕਣਕ ਦੇ ਪ੍ਰੋਡਕਟ ਤੋਂ ਮਤਲਬ ਕਣਕ ਦੀ ਬਣੀ ਰੋਟੀ ਤੋਂ ਐਲਰਜੀ ਹੈ। ਠੀਕ ਹੈ, ਤਾਂ ਮਤਲਬ ਇੱਕ ਪਦਾਰਥ ਹੀ ਬਾਕੀਆਂ ਲਈ ਫਾਇਦੇਮੰਦ ਹੋ ਸਕਦਾ, ਇੱਕ ਦੇ ਲਈ ਐਲਰਜਨ ਹੋ ਸਕਦਾ ਹੈ। The first time a person is exposed to allergen, they don't usually experience the reaction। ਮਤਲਬ ਜਦੋਂ ਪਹਿਲੀ ਵਾਰ ਐਲਰਜਨ ਕਿਸੇ ਦੇ ਅੰਦਰ ਜਾਂਦਾ ਗਾ ਤਾਂ ਉਦੋਂ ਕੋਈ ਰਿਐਕਸ਼ਨ ਨਹੀਂ ਹੁੰਦੀ। It often takes time for the immune system to build up sensitivity to the substance। ਮਤਲਬ ਆਪਣਾ ਜਿਹੜਾ ਇਮਿਊਨ ਸਿਸਟਮ ਹੈ ਉਹ ਟਾਈਮ ਲੈਂਦਾ ਗਾ ਜਦ ਤੱਕ ਉਹ ਉਸ ਪਦਾਰਥ ਪ੍ਰਤੀ ਆਪਦੀ ਸੈਂਸਿਟੀਵਿਟੀ ਮਤਲਬ ਸੰਵੇਦਨਸ਼ੀਲਤਾ ਨੂੰ ਵਿਕਸਿਤ ਕਰਦਾ ਗਾ। ਇਨ ਟਾਈਮ ਦਾ ਇਮਿਊਨ ਸਿਸਟਮ ਲਰਨ ਟੂ ਰਿਕੋਗਨਾਈਜ਼। ਇੰਨੇ 'ਚ ਜਿਹੜਾ ਆਪਣਾ ਇਮਿਊਨ ਸਿਸਟਮ ਸਿੱਖ ਜਾਂਦਾ ਗਾ ਕਿ ਉਸ ਐਲਰਜਨ ਨੂੰ ਕਿਵੇਂ ਪਹਿਚਾਣ ਕਰਨੀ ਹੈ, ਉਹਦੀ ਰਿਕੋਗਨਾਈਜ਼ ਕਰਨਾ ਤੇ ਕਿਵੇਂ ਉਹਨੂੰ ਯਾਦ ਰੱਖਣਾ। ਐਜ਼ ਇਟ ਡਜ਼ ਸੋ ਇਟ ਸਟਾਰਟ ਮੇਕਿੰਗ ਐਂਟੀਬੋਡੀਜ਼। ਫਿਰ ਇਹ ਉਸ ਐਲਰਜਨ ਦੇ ਪ੍ਰਤੀ ਐਂਟੀਬੋਡੀ ਬਣਾਉਣਾ ਸ਼ੁਰੂ ਕਰ ਦਿੰਦਾ ਆਪਣਾ ਸਰੀਰ। ਠੀਕ ਹੈ, ਤੇ ਇਹਦਾ ਮਤਲਬ ਉਹ ਹੋ ਗਿਆ ਸੈਂਸੀਟਾਈਜ਼ ਹੋ ਗਿਆ ਹੁਣ, ਤੇ ਇਸ ਸਟੈਪ ਨੂੰ ਆਪਾਂ ਸੈਂਸੀਟਾਈਜੇਸ਼ਨ ਕਹਿੰਦੇ ਹਾਂ। ਤਾਂ ਹੁਣ ਇਸ ਤੋਂ ਬਾਅਦ ਜਦੋਂ ਉਹੀ ਐਲਰਜਨ ਦੁਬਾਰਾ ਸਰੀਰ ਦੇ ਵਿੱਚ ਆਏਗਾ ਤਾਂ ਆਪਣੇ 'ਚ ਪਹਿਲਾਂ ਹੀ ਐਂਟੀਬੋਡੀ ਮੌਜੂਦ ਹੋਣਗੀਆਂ ਤੇ ਰਿਐਕਸ਼ਨ ਹੋਵੇਗੀ।
ਸਮ ਐਲਰਜੀਜ਼ ਆਰ ਸੀਜ਼ਨਲ, ਆਪਾਂ ਬਹੁਤ ਆਮ ਸੁਣਦੇ ਹਾਂ ਵੀ ਕਈ ਲੋਕਾਂ ਨੂੰ ਸੀਜ਼ਨਲ ਐਲਰਜੀ ਹੁੰਦੀ ਜਦੋਂ ਮੌਸਮ ਚੇਂਜ ਹੁੰਦਾ ਹੈ, ਠੀਕ ਹੈ। ਫੋਰ ਐਗਜ਼ਾਮਪਲ ਹੇ ਫੀਵਰ ਸਿੰਪਟਮਸ ਕੈਨ ਪੀਕ ਬਿਟਵੀਨ ਅਪ੍ਰੈਲ ਐਂਡ ਮਈ। ਜਿਹੜਾ ਹੇ ਫੀਵਰ ਹੁੰਦਾ ਉਹ ਅਪ੍ਰੈਲ ਤੇ ਮਈ ਦੇ ਮਹੀਨੇ 'ਚ ਜ਼ਿਆਦਾ ਹੁੰਦਾ ਗਾ। ਉਦੋਂ ਹੁੰਦਾ ਕੀ ਹੈ, ਵੈਨ ਦਾ ਟਰੀ ਐਂਡ ਗ੍ਰਾਸ ਪੋਲਨ ਕਾਊਂਟ ਇਨ ਦਾ ਏਅਰ ਇਜ਼ ਹਾਇਰ। ਮਤਲਬ ਜਦੋਂ ਘਾਹ ਅਤੇ ਹੋਰ ਪੌਦਿਆਂ ਦੇ ਜਿਹੜੇ ਪਰਾਗ ਕਣ ਹੁੰਦੇ ਨੇ, ਪੋਲਨ ਹੁੰਦੇ ਨੇ, ਉਹ ਹਵਾ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਨੇ, ਤਾਂ ਉਸ ਮਾਤਰਾ ਦੇ ਜ਼ਿਆਦਾ ਹੋਣ ਕਰਕੇ ਲੋਕਾਂ ਨੂੰ ਪੋਲਨ ਤੋਂ ਮਤਲਬ ਫੁੱਲਾਂ ਦੇ ਪਰਾਗ ਕਣਾਂ ਤੋਂ ਐਲਰਜੀ ਹੋ ਸਕਦੀ ਹੁੰਦੀ ਹੈ, ਠੀਕ ਹੈ। ਸੋ ਅ ਪਰਸਨ may experience more severe reaction as the pollen count rises। ਮਤਲਬ ਜਿਵੇਂ ਜਿਵੇਂ ਇਹ ਪਰਾਗ ਕਣਾਂ ਦੀ ਮਾਤਰਾ ਹਵਾ ਦੇ ਵਿੱਚ ਵੱਧਦੀ ਹੈ ਤਾਂ ਲੋਕਾਂ ਨੂੰ ਬਹੁਤ ਸਵੀਅਰ ਐਲਰਜੀਜ਼ ਹੋ ਜਾਂਦੀਆਂ ਨੇ। ਤਾਂ ਇਹਦੇ ਸਿੰਪਟਮ ਕੀ ਹੋਣਗੇ? ਅਲਰਜਿਕ ਰਿਐਕਸ਼ਨ ਕਾਜ਼ ਇਨਫਲਾਮੇਸ਼ਨ। ਮਤਲਬ ਜਦੋਂ ਆਪਾਂ ਨੂੰ ਐਲਰਜੀ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਕਿਵੇਂ ਲੱਗਦਾ ਕਿ ਆਪਣੇ ਕਿਸੇ ਜਗ੍ਹਾ ਦੇ ਉੱਪਰ, ਸਰੀਰ ਦੇ ਉੱਪਰ ਇਨਫਲਾਮੇਸ਼ਨ ਮਤਲਬ ਸਵੈਲਿੰਗ, ਸੋਜ਼ ਵਗੈਰਾ ਹੋ ਜਾਂਦੀ ਹੈ, ਧੱਫੜ ਹੋ ਜਾਂਦਾ ਗਾ, ਰੈਡਨੈਸ ਹੋ ਜਾਂਦੀ ਹੈ, ਉੱਥੇ ਇਰੀਟੇਸ਼ਨ ਹੁੰਦੀ ਹੈ, ਖਾਰਿਸ਼ ਹੁੰਦੀ ਹੈ, ਠੀਕ ਹੈ। ਸਪੈਸੀਫਿਕ ਸਿੰਪਟਮ ਵਿਲ ਡਿਪੈਂਡ ਅਪੋਨ ਦਾ ਟਾਈਪ ਆਫ ਅਲਰਜਨ। ਕੁਝ ਖਾਸ ਸਿੰਪਟਮ ਵੀ ਹੁੰਦੇ ਨੇ, ਉਹ ਡਿਪੈਂਡ ਕਰਦਾ ਗਾ ਕਿ ਆਪਾਂ ਨੂੰ ਕਿਹੜੀ ਚੀਜ਼ ਤੋਂ ਐਲਰਜੀ ਹੋਈ ਹੈ। ਫੋਰ ਐਗਜ਼ਾਮਪਲ ਅਲਰਜਿਕ ਰਿਐਕਸ਼ਨ ਮੇ ਆਕਰ ਇਨ ਦਾ ਗੱਟ। ਗੱਟ ਮਤਲਬ ਆਪਣੀ ਇੰਟੈਸਟਾਈਨ ਨੂੰ ਕਹਿੰਦੇ ਨੇ, ਆਪਣੀ ਆਂਤੜੀ ਨੂੰ ਕਹਿੰਦੇ ਨੇ, ਠੀਕ ਹੈ। ਸਕਿਨ, ਸਾਈਨਸਸ, ਸਾਈਨਸ ਆਪਣੇ ਨੱਕ ਦੇ ਕੋਲੇ ਪਾਰਟ ਹੁੰਦਾ ਹੈ। ਏਅਰਵੇ ਆਪਣੀ ਸਾਹ ਪ੍ਰਣਾਲੀ ਹੋ ਗਈ, ਠੀਕ ਹੈ। ਆਈਜ਼ ਮਤਲਬ ਅੱਖਾਂ, ਤੇ ਨੇਜ਼ਲ ਪੈਸੇ ਮਤਲਬ ਨੱਕ ਦੇ ਅੰਦਰਲੇ ਪਾਸੇ ਵੀ ਐਲਰਜੀ ਹੋ ਸਕਦੀ ਹੈ। ਸਮ ਟ੍ਰਿਗਰ ਦੈਟ ਮੇ ਕਾਜ਼ ਐਨ ਐਲਰਜੀ ਆਰ। ਮਤਲਬ ਕੌਣ ਕੌਣ ਐਲਰਜੀ ਕਰ ਸਕਦਾ? ਪਹਿਲਾ ਹੈਗਾ ਡਸਟ ਤੇ ਪੋਲਨ, ਠੀਕ ਹੈ। ਡਸਟ ਮਤਲਬ ਧੂੜ ਦੇ ਕਣ, ਪੋਲਨ ਮਤਲਬ ਫੁੱਲਾਂ ਦੇ ਪਰਾਗ ਕਣ। ਵਿਚ ਕੈਨ ਕਾਜ਼ ਬਲੌਕ ਔਰ ਕੰਜੈਸਟਡ ਨੋਜ਼, ਮਤਲਬ ਨੱਕ ਬੰਦ ਹੋ ਸਕਦਾ ਹੈ। ਈਚੀ ਆਈਜ਼, ਅੱਖਾਂ ਦੇ ਵਿੱਚ ਖਾਰਿਸ਼ ਹੋ ਸਕਦੀ ਹੈ, ਨੱਕ ਦੇ ਵਿੱਚ ਖਾਰਿਸ਼ ਹੋ ਸਕਦੀ ਹੈ। ਰਨਿੰਗ ਨੋਜ਼ ਮਤਲਬ ਨੱਕ ਵਹਿ ਸਕਦਾ, ਮਤਲਬ ਨੱਕ ਦੇ ਵਿੱਚੋਂ ਜਿਹੜਾ ਮਿਊਕਸ ਉਹ ਵਹਿ ਸਕਦਾ ਗਾ। ਸਵੋਲਨ ਤੇ ਵਾਟਰੀ ਆਈਜ਼ ਮਤਲਬ ਅੱਖਾਂ ਫੁੱਲ ਜਾਂਦੀਆਂ ਨੇ ਤੇ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਅੱਖਾਂ ਦੇ ਵਿੱਚੋਂ, ਤੇ ਨਾਲ ਕਫ ਹੋ ਜਾਂਦੀ ਹੈ। ਫਿਰ ਆਪਾਂ ਗੱਲ ਕਰਾਂਗੇ ਫੂਡ। ਫੂਡ ਵੀ ਆਪਾਂ ਨੂੰ ਐਲਰਜੀ ਕਰ ਸਕਦਾ। ਤਾਂ ਜਦੋਂ ਫੂਡ ਦੀ ਐਲਰਜੀ ਹੋਏਗੀ ਤਾਂ ਕੀ ਹੋ ਸਕਦਾ? ਵੋਮਿਟ ਮਤਲਬ ਉਲਟੀ ਆ ਸਕਦੀ ਹੈ। ਸਵੋਲਨ ਟੰਗ, ਜੀਭ ਦੇ ਵਿੱਚ ਮਤਲਬ ਸੋਜ ਆ ਸਕਦੀ ਹੈ, ਠੀਕ ਹੈ। ਸਵੈਲਿੰਗ ਆਫ ਲਿਪਸ, ਬੁੱਲਾਂ ਦੇ ਵਿੱਚ ਜਿਹੜੀ ਹੈਗੀ ਸਵੈਲਿੰਗ ਹੋ ਸਕਦੀ ਹੈ। ਫੇਸ ਦੇ ਵਿੱਚ, ਥਰੋਟ ਦੇ ਵਿੱਚ। ਸਟਮਕ ਕਰੈਂਪਸ ਆ ਸਕਦੇ ਨੇ, ਠੀਕ ਹੈ। ਵੱਡੀ ਆਂਤੜੀ ਦੇ ਵਿੱਚ ਬਲੀਡਿੰਗ ਹੋ ਸਕਦੀ, ਉਹਨੂੰ ਰੈਕਟਲ ਬਲੀਡਿੰਗ ਕਹਿੰਦੇ ਨੇ। ਤੇ ਮੂੰਹ ਦੇ ਵਿੱਚ ਵੀ ਇਚੀਨੈਸ ਮਤਲਬ ਖਾਰਿਸ਼ ਹੋ ਸਕਦੀ ਹੈ, ਤੇ ਨਾਲ ਹੀ ਡਾਇਰੀਆ ਮਤਲਬ ਲੂਜ਼ ਮੋਸ਼ਨ ਹੋ ਜਾਂਦਾ ਗਾ। ਤਾਂ ਇਹ ਫੂਡ ਐਲਰਜੀ ਦੇ ਸਿੰਪਟਮ ਨੇ। ਫਿਰ ਆਪਣਾ ਹੁੰਦਾ ਗਾ ਇਨਸੈਕਟ ਸਟਿੰਗਸ। ਮਤਲਬ ਜਦੋਂ ਆਪਣੇ ਕੋਈ ਜਿਹੜਾ ਹੈਗਾ ਗਾ ਇਨਸੈਕਟ ਉਹ ਲੜ ਜਾਂਦਾ ਗਾ ਤਾਂ ਉਹਦੇ ਨਾਲ ਕੀ ਹੁੰਦਾ? ਤਾਂ ਉਹਦੇ ਨਾਲ ਕੀ ਹੋ ਸਕਦਾ ਗਾ? ਸਿਗਨੀਫਿਕੈਂਟ ਸਵੈਲਿੰਗ ਐਟ ਦਾ ਸਾਈਟ ਆਫ ਸਟਿੰਗ। ਮਤਲਬ ਜਿੱਥੇ ਉਸ ਇਨਸੈਕਟ ਨੇ ਆਪਣੇ ਡੰਗ ਮਾਰਿਆ ਹੁੰਦਾ ਗਾ ਤਾਂ ਉੱਥੇ ਸਵੈਲਿੰਗ ਹੋ ਸਕਦੀ ਹੈ, ਧੱਫੜ ਹੋ ਸਕਦਾ ਗਾ। ਸਡਨ ਡਰੋਪ ਇਨ ਬਲੱਡ ਪ੍ਰੈਸ਼ਰ। ਇਨਸੈਕਟ ਦੇ ਲੜਨ ਨਾਲ ਬਲੱਡ ਪ੍ਰੈਸ਼ਰ ਘਟ ਸਕਦਾ ਹੈ, ਠੀਕ ਹੈ। ਇੱਕਦਮ ਡਿੱਗ ਸਕਦਾ ਬਲੱਡ ਪ੍ਰੈਸ਼ਰ। ਇੱਚੀ ਸਕਿਨ ਹੋ ਗਈ, ਮਤਲਬ ਉੱਥੇ ਖਾਰਿਸ਼ ਹੋਏਗੀ। ਰੈੱਡ ਹੋ ਜੂਗੀ ਸਕਿਨ, ਤੇ ਰੈਸ਼ ਹੋ ਜਾਂਦਾ, ਇਹਨੂੰ ਆਪਾਂ ਪੰਜਾਬੀ 'ਚ ਪਿਓਰ ਧੱਫੜ ਕਹਿ ਦਿੰਦੇ ਹਾਂ। ਫਿਰ ਹੈਗਾ ਮੈਡੀਕੇਸ਼ਨ, ਮਤਲਬ ਮੈਡੀਸਨ ਤੋਂ ਐਲਰਜੀ ਹੋ ਸਕਦੀ ਹੈ। ਮੇ ਕਾਜ਼ ਵੀਜ਼ਿੰਗ, ਛਾਤੀ ਵਿੱਚੋਂ ਸੀਟੀ ਦੀ ਆਵਾਜ਼ ਆਉਣਾ ਨੂੰ ਵੀਜ਼ਿੰਗ ਕਹਿੰਦੇ ਨੇ। ਸਵੈਲਿੰਗ ਆਫ ਦਾ ਟੰਗ, ਲਿਪਸ ਐਂਡ ਫੇਸ। ਰੈਸ਼ਸ ਹੋ ਸਕਦੇ ਨੇ, ਮਤਲਬ ਧੱਫੜ ਹੋ ਸਕਦੇ ਨੇ। ਈਚੀਨੈਸ ਹੋ ਸਕਦੀ ਹੈ, ਠੀਕ ਹੈ। ਇਫ ਸਿੰਪਟਮਸ ਬਿਕਮ ਸਵੀਅਰ ਐਨਾਫਾਈਲੈਕਸਿਸ ਕੈਨ ਡਿਵੈਲਪ। ਮਤਲਬ ਜੇ ਮੈਡੀਸਨ ਐਲਰਜੀ ਦੇ ਨਾਲ ਸਿੰਪਟਮ ਬਹੁਤ ਸਵੀਅਰ ਹੋ ਜਾਣ ਤਾਂ ਐਨਾਫਾਈਲੈਕਟਿਕ ਸ਼ੌਕ ਲੱਗ ਸਕਦਾ ਗਾ। ਤਾਂ ਐਨਾਫਾਈਲੈਕਟਿਕ ਸ਼ੌਕ ਹੁੰਦਾ ਕੀ ਹੈ? ਇਟ ਇਜ਼ ਦਾ ਸਵੀਅਰੈਸਟ ਫਾਰਮ ਆਫ ਐਲਰਜਿਕ ਰਿਐਕਸ਼ਨ। ਮਤਲਬ ਜਦੋਂ ਬਹੁਤ ਖਤਰਨਾਕ ਐਲਰਜੀ ਹੋਵੇ ਤਾਂ ਉਹਨੂੰ ਐਨਾਫਾਈਲੈਕਟਿਕ ਸ਼ੌਕ ਕਹਿੰਦੇ ਨੇ, ਤੇ ਇਹ ਮੈਡੀਕਲ ਐਮਰਜੈਂਸੀ ਹੁੰਦੀ ਆ, ਤੇ ਇਹਦੇ 'ਚ ਡੈਥ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਐਨਾਫਾਈਲੈਕਸਿਸ ਕੈਨ ਡਿਵੈਲਪ ਕੁਇਕਲੀ ਵਿਦ ਸਿੰਪਟਮ ਅਪੀਅਰਿੰਗ ਵਿਦਿਨ ਦਾ ਮਿੰਟ। ਮਤਲਬ 1 ਮਿੰਟ ਦੇ ਵਿੱਚ ਵਿੱਚ ਇਹ ਸਾਰੇ ਲੱਛਣ ਸ਼ੁਰੂ ਹੋ ਜਾਂਦੇ ਨੇ। ਬਹੁਤ ਡੇਂਜਰਸ ਐਲਰਜੀ ਹੈ ਇਹ, ਠੀਕ ਹੈ। ਰਿਸਰਚ ਸੁਜੈਸਟ ਦੈਟ ਐਨਾਫਾਈਲੈਕਸਿਸ ਮੋਸਟ ਕਾਮਨਲੀ ਅਫੈਕਟ ਦਾ ਸਕਿਨ ਐਂਡ ਰੈਸਪੀਰੇਟਰੀ ਸਿਸਟਮ। ਮਤਲਬ ਜਿਹੜੀ ਐਨਾਫਾਈਲੈਕਟਿਕ ਸ਼ੌਕ ਹੁੰਦਾ ਜਿਹੜਾ, ਇਹ ਪੂਰਨ ਤੌਰ 'ਤੇ ਚਮੜੀ ਅਤੇ ਆਪਣੀ ਜਿਹੜੀ ਸਾਹ ਪ੍ਰਣਾਲੀ ਆ, ਰੈਸਪੀਰੇਟਰੀ ਸਿਸਟਮ ਹੈ, ਉਹਨੂੰ ਪ੍ਰਭਾਵਿਤ ਕਰਦਾ ਹੈਗਾ। ਇੱਕਦਮ ਹੀ ਜਿਹੜਾ ਸਾਹ ਲੈਣਾ ਮਤਲਬ ਉਹਦੇ 'ਚ ਬਲੋਕੇਜ ਹੋ ਜਾਂਦੀ ਹੈਗੀ, ਡਿਫੀਕਲਟੀ ਹੁੰਦੀ ਆ, ਤੇ ਇਸ ਕਰਕੇ ਇਹਦੇ 'ਚ ਡੈਥ ਦੀ ਸੰਭਾਵਨਾ ਬਹੁਤ ਜ਼ਿਆਦਾ ਹੋਵੇਗੀ। ਸੋ ਐਨਾਫਾਈਲੈਕਟਿਕ ਦੇ ਵਿੱਚ ਕਾਮਨ ਸਿੰਪਟਮ ਕੀ ਹੋਣਗੇ? ਈਚੀਨੈਸ, ਡਿਫੀਕਲਟੀ ਬਰੀਦਿੰਗ, ਸਾਹ ਲੈਣ 'ਚ ਦਿੱਕਤ ਆਊਗੀ। ਸਵੈਲਿੰਗ, ਲੋ ਬਲੱਡ ਪ੍ਰੈਸ਼ਰ। ਚੇਂਜ ਇਨ ਹਾਰਟ ਰੇਟ ਘਟ ਜਾਊਗਾ, ਠੀਕ ਹੈ। ਡਿਜ਼ੀਨੈਸ ਮਤਲਬ ਸੁਸਤੀ ਹੋ ਜਾਊਗੀ। ਫੇਂਟਿੰਗ ਮਤਲਬ ਬੋਡੀ ਜਿਹੜੀ ਹੈਗੀ ਉਹ ਇੱਕ ਤਰ੍ਹਾਂ ਦਾ ਦੌਰੇ ਦੀ ਕੰਡੀਸ਼ਨ 'ਚ ਚਲੀ ਜਾਂਦੀ, ਦੌਰੇ ਦੇ ਹਾਲਾਤ ਚਲੀ ਜਾਂਦੀ ਹੈਗੀ। ਮਤਲਬ ਕੌਨਸ਼ੀਅਸਨੈਸ ਜਿਹੜੀ ਹੈਗੀ ਉਹਦੀ ਲੋਸ ਹੋ ਜਾਂਦਾ ਹੈ, ਮਤਲਬ ਚੇਤਨਾ ਨਹੀਂ ਰਹਿੰਦੀ ਉਸ ਇਨਸਾਨ ਦੇ ਅੰਦਰ। ਕਾਜ਼ਸ ਵੈਨ ਐਲਰਜਿਕ ਰਿਐਕਸ਼ਨ ਅਕਰ, ਐਲਰਜਨ ਬਾਈਂਡ ਟੂ ਐਂਟੀਬੋਡੀ।
ਮਤਲਬ ਜਦੋਂ ਆਪਣੇ ਅੰਦਰ ਅਲਰਜਨ ਜਾਊਗਾ ਤਾਂ ਆਪਣੇ ਅੰਦਰ ਪਹਿਲਾਂ ਐਂਟੀਬਾਡੀ ਮੌਜੂਦ ਹੋਣਗੀਆਂ ਤਾਂ ਉਹ ਆਪਸ 'ਚ ਰਿਐਕਟ ਕਰਨਗੀਆਂ ਅਤੇ ਇਮਿਊਨੋਗਲੋਬੁਲਿਨ ਈ ਦੀ ਪ੍ਰੋਡਕਸ਼ਨ ਕਰਨਗੀਆਂ। ਐਂਟੀਬਾਡੀਜ਼ ਕੰਬੈਟ ਫੋਰਨ ਐਂਡ ਪੋਟੈਂਸ਼ੀਅਲੀ ਹਾਰਮਫੁਲ ਸਬਸਟੈਂਸਸ। ਜਿਹੜੀਆਂ ਐਂਟੀਬਾਡੀਜ਼ ਹੁੰਦੀਆਂ ਨੇ ਇਹ ਬਾਹਰੋਂ ਆਪਣੇ ਸਰੀਰ ਵਿੱਚ ਐਂਟਰ ਹੋਣ ਵਾਲੇ ਅਲਰਜਨ ਦੇ ਨਾਲ ਰਿਐਕਸ਼ਨ ਕਰਦੀਆਂ ਨੇ। ਠੀਕ ਹੈ, ਵੰਸ ਦਾ ਅਲਰਜਨ ਬਾਈਂਡ ਟੂ IgE, ਇੱਕ ਵਾਰ ਜਦੋਂ ਅਲਰਜਨ ਜਿਹੜਾ ਹੈਗਾ ਉਹ ਐਂਟੀਬਾਡੀ IgE ਦੇ ਨਾਲ ਕੰਬਾਈਨ ਕਰੇਗਾ। IG ਦਾ ਇੱਥੋਂ ਭਾਵ ਹੈਗਾ ਇਮਿਊਨੋਗਲੋਬੁਲਿਨ, E ਉਹਦੀ ਟਾਈਪ ਹੁੰਦੀ ਹੈ। ਠੀਕ ਹੈ, ਤਾਂ ਸਪੈਸੀਫਿਕ ਟਾਈਪ ਆਫ ਸੈੱਲ ਰਿਲੀਜ਼ ਹੋਣਗੇ ਬੋਡੀ 'ਚ, ਜਿਹਨੂੰ ਕਹਿੰਦੇ ਨੇ ਮਾਸਟ ਸੈੱਲ। ਜਦੋਂ ਇਹ ਮਾਸਟ ਸੈੱਲ ਐਕਟਿਵ ਹੋ ਗਏ ਇਹ ਰਿਲੀਜ਼ ਕਰਨਗੇ ਸਪੈਸ਼ਲ ਕੈਮੀਕਲ ਜਿਹਨੂੰ ਆਪਾਂ ਕਹਿੰਦੇ ਹਾਂ ਹਿਸਟਾਮਾਈਨ। ਠੀਕ ਹੈ, ਤਾਂ ਮਾਸਟ ਸੈੱਲ ਜਿਹੜੇ ਹਿਸਟਾਮਾਈਨ ਰਿਲੀਜ਼ ਕਰਨਗੇ ਤਾਂ ਉਸ ਹਿਸਟਾਮਾਈਨ ਦੇ ਨਾਲ ਹੀ ਆਪਣੇ ਅਲਰਜਿਕ ਰਿਐਕਸ਼ਨ ਜਿਹੜੀ ਹੈਗੀ ਉਹਦੇ ਸਿੰਪਟਮ ਸ਼ੁਰੂ ਹੋ ਜਾਂਦੇ ਨੇ, ਉਹਦੇ ਲੱਛਣ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਜਿਹੜੀ ਆਪਾਂ ਦਵਾਈ ਲੈਂਦੇ ਉਹ ਐਂਟੀ ਹਿਸਟਾਮਾਈਨ ਹੁੰਦੀ ਹੈ। ਠੀਕ ਹੈ, ਹਿਸਟਾਮਾਈਨ ਇਜ਼ ਵਨ ਆਫ ਥੀਸ ਕੈਮੀਕਲ, ਮਤਲਬ ਜਿਹੜੇ ਮਾਸਟ ਸੈੱਲ ਨੇ ਕੈਮੀਕਲ ਰਿਲੀਜ਼ ਕੀਤੇ ਨੇ ਉਹਦੀ ਐਗਜ਼ਾਮਪਲ ਹੋ ਗਈ ਹਿਸਟਾਮਾਈਨ। ਤਾਂ ਹਿਸਟਾਮਾਈਨ ਕਰੂਗਾ ਕਿ ਇਟ ਕਾਜ਼ਸ ਦਾ ਮਸਲਸ ਇਨ ਏਅਰਵੇ ਐਂਡ ਵਾਲ ਆਫ ਦਾ ਬਲੱਡ ਵੈਸਲ ਟੂ ਟਾਈਟਨ, ਮਤਲਬ ਇਹ ਆਪਣੇ ਸਰੀਰ ਵਿੱਚ ਆਪਣੀਆਂ ਮਸਲਸ ਨੂੰ ਤੇ ਬਲੱਡ ਵੈਸਲ ਮਤਲਬ ਆਰਟਰੀ, ਵੇਨ, ਕੈਪੈਲਰੀ ਨੂੰ ਟਾਈਟ ਕਰ ਦਿੰਦਾ ਹੈਗਾ। ਠੀਕ ਹੈ, ਇਟ ਆਲਸੋ ਇੰਸਟਰਕਟ ਦਾ ਲਾਈਨਿੰਗ ਆਫ ਨੋਜ਼ ਟੂ ਪ੍ਰੋਡਿਊਸ ਮੋਰ ਮਿਊਕਸ, ਮਤਲਬ ਇਹ ਨੱਕ ਦੇ ਅੰਦਰ ਵਾਲੀ ਜਿਹੜੀ ਲਾਈਨਿੰਗ ਹੁੰਦੀ ਹੈ ਉਹਨੂੰ ਉਤਸ਼ਾਹਿਤ ਕਰਦਾ, ਉਹਨੂੰ ਉਕਸਕ ਕਰਦਾ ਗਾ ਕਿ ਉਹ ਵੱਧ ਤੋਂ ਵੱਧ ਮਿਊਕਸ ਪ੍ਰੋਡਿਊਸ ਕਰੇ। ਹੁਣ ਆਪਾਂ ਗੱਲ ਕਰਾਂਗੇ ਰਿਸਕ ਫੈਕਟਰ ਦੀ। ਪੀਪਲ ਮੇ ਹੈਵ ਹਾਇਰ ਰਿਸਕ ਆਫ ਐਲਰਜੀ ਇਫ ਦੇ ਆਰ ਅੰਡਰ 18 ਈਅਰ, ਅਗਰ 18 ਸਾਲ ਤੋਂ ਘੱਟ ਉਮਰ ਹੈ ਤਾਂ ਉਹਨਾਂ 'ਚ ਐਲਰਜੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਠੀਕ ਹੈ, ਔਰ ਜਿਨ੍ਹਾਂ ਦੇ ਵਿੱਚ ਪਰਸਨਲ ਫੈਮਿਲੀ ਹਿਸਟਰੀ ਹੋਵੇ, ਮਤਲਬ ਉਹਨਾਂ ਦੀ ਫੈਮਿਲੀ ਵਿੱਚ ਵੀ ਐਲਰਜੀ ਕਿਸੇ ਨੂੰ ਚੱਲੀ ਆ ਰਹੀ ਹੋਵੇ, ਜਿਵੇਂ ਅਸਥਮਾ ਹੋ ਗਿਆ। ਠੀਕ ਹੈ, ਤਾਂ ਉਹਨੂੰ ਵੀ ਸੰਭਾਵਨਾ ਜ਼ਿਆਦਾ ਹੋਵੇਗੀ। ਸਮ ਰਿਸਰਚਰ ਹੈਵ ਸੁਜੈਸਟਡ ਦੈਟ ਦੋਜ਼ ਬੋਰਨ ਬਾਈ ਸਜੇਰੀਅਨ ਡਿਲੀਵਰੀ, ਮਤਲਬ ਜਿਹੜੇ ਬੱਚੇ ਸਜੇਰੀਅਨ ਡਿਲੀਵਰੀ ਦੁਆਰਾ, ਜਿਹਨੂੰ ਪੰਜਾਬੀ 'ਚ ਆਪਾਂ ਵੱਡਾ ਆਪਰੇਸ਼ਨ ਕਹਿ ਦਿੰਦੇ ਹਾਂ, ਤਾਂ ਸਜੇਰੀਅਨ ਦੁਆਰਾ ਪੈਦਾ ਹੁੰਦੇ ਨੇ ਉਹਨਾਂ ਦੇ ਵਿੱਚ ਹਾਈ ਰਿਸਕ ਹੁੰਦਾ ਐਲਰਜੀ ਦਾ। ਠੀਕ ਹੈ, ਕਿਉਂਕਿ ਉਹਨਾਂ ਦੇ ਵਿੱਚ ਮਦਰ ਦੀਆਂ ਜਿਹੜੀਆਂ ਐਂਟੀਬਾਡੀਜ਼ ਨੇ ਉਹਨਾਂ ਦਾ ਐਕਸਪੋਜ਼ਰ ਨਹੀਂ ਹੁੰਦਾ ਬਰਥ ਸਮੇਂ। ਠੀਕ ਹੈ, ਮਤਲਬ ਬਰਥ ਸਮੇਂ ਐਕਸਪੋਜ਼ਰ ਹੋਣਾ ਜ਼ਰੂਰੀ ਸੀਗਾ ਬਟ ਸਜੇਰੀਅਨ ਹੋਣ ਕਰਕੇ ਐਕਸਪੋਜ਼ਰ ਨਹੀਂ ਹੋਇਆ, ਸੋ ਉਹਨਾਂ ਦੀ ਇਮਿਊਨਿਟੀ ਵੀਕ ਰਹਿ ਜਾਂਦੀ ਹੈ। ਨੈਕਸਟ ਹੈ ਕਾਮਨ ਐਲਰਜਨ। ਪੋਟੈਂਸ਼ੀਅਲ ਐਲਰਜਨ ਕੈਨ ਅਪੀਅਰ ਆਲਮੋਸਟ ਐਨੀਵੇਅਰ, ਮਤਲਬ ਐਲਰਜਨ ਕਿਤੇ ਵੀ ਹੋ ਸਕਦਾ ਗਾ। ਪਰਸਨ ਕੈਨ ਹੈਵ ਐਲਰਜੀ ਟੂ ਐਨੀ ਫੂਡ, ਸਪੈਸੀਫਿਕ ਕੰਪੋਨੈਂਟ ਸੱਚ ਐਜ਼ ਗਲੂਟਿਨ, ਗਲੂਟਿਨ ਕਣਕ ਦੇ ਵਿੱਚ ਹੁੰਦਾ ਗਾ। ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਕਣਕ ਤੋਂ ਐਲਰਜੀ, ਉਹ ਬੇਸਿਕਲੀ ਗਲੂਟਨ ਤੋਂ ਐਲਰਜੀ ਹੁੰਦੀ ਹੈ। ਐਂਡ ਦਾ ਪ੍ਰੋਟੀਨ ਪ੍ਰੈਜ਼ੈਂਟ ਇਨ ਵੀਟ, ਮਤਲਬ ਗਲੂਟਨ ਇੱਕ ਪ੍ਰੋਟੀਨ ਹੈ ਜਿਹੜੀ ਕਣਕ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ, ਤਾਂ ਇਹ ਵੀ ਰਿਐਕਸ਼ਨ ਕਰ ਸਕਦੀ ਹੈ ਕਈ ਲੋਕਾਂ ਦੇ ਵਿੱਚ। 8 ਫੂਡ ਮੋਸਟ ਲਾਈਕਲੀ ਟੂ ਕਾਜ਼ ਐਲਰਜੀਜ਼ ਆਰ, 8 ਉਹ ਭੋਜਨ ਜਿਹੜੇ ਜਿਨ੍ਹਾਂ ਦੀ ਜ਼ਿਆਦਾ ਸੰਭਾਵਨਾ ਹੁੰਦੀ ਉਹ ਐਲਰਜੀ ਕਰ ਸਕਦੇ ਨੇ, ਉਹ ਹੈਗਾ ਅੰਡਾ। ਠੀਕ ਹੈ, ਸਪੈਸ਼ਲੀ ਅੰਡੇ ਦਾ ਵਾਈਟ ਪਾਰਟ, ਉਸ ਤੋਂ ਬਾਅਦ ਮੱਛੀ ਮਤਲਬ ਫਿਸ਼, ਮਿਲਕ, ਪੀਨਟ, ਟਰੀ ਦੇ ਨਟਸ। ਠੀਕ ਹੈ, ਜਿਵੇਂ ਡਰਾਈ ਫਰੂਟਸ ਹੁੰਦੇ ਨੇ ਆਪਾਂ ਨਟਸ ਕਹਿ ਰਹੇ ਹਾਂ। ਕਰਸਟੇਸ਼ੀਅਨ ਸ਼ੈਲਫਿਸ਼ ਇੱਕ ਫਿਸ਼ ਦੀ ਟਾਈਪ ਹੈ। ਉਸ ਤੋਂ ਬਾਅਦ ਵੀਟ ਤੇ ਸੋਇਆ, ਇਹ ਜਿਹੜੇ 8 ਇਸ ਤਰ੍ਹਾਂ ਦੇ ਭੋਜਨ ਨੇ ਜਿਹੜੇ ਐਲਰਜੀ ਕਰ ਸਕਦੇ ਨੇ। ਓਕੇ, ਹੁਣ ਆਪਾਂ ਗੱਲ ਕਰਾਂਗੇ ਡਾਇਗਨੋਸਿਸ ਦੀ। ਦਾ ਪਰਸਨ ਸ਼ੁੱਡ ਬੀ ਰੈਡੀ ਟੂ ਐਕਸਪਲੇਨ ਐਨੀ ਸਿੰਪਟਮ ਦੇ ਹੈਵ ਨੋਟਿਸਡ, ਮਤਲਬ ਡਾਇਗਨੋਸਿਸ ਕਰਨ ਦੇ ਵਿੱਚ ਫਿਰ ਇੱਕ ਜਿਹੜਾ ਹੈਗਾ ਗਾ ਮਤਲਬ ਇਹ ਫਾਇਦਾ ਹੋ ਸਕਦਾ ਗਾ ਜਾਂਚ ਕਰਨ ਦੇ ਵਿੱਚ ਕਿ ਜੇ ਜਿਹੜਾ ਪਰਸਨ ਐਲਰਜਿਕ ਹੈਗਾ ਗਾ ਉਹ ਨੋਟਿਸ ਕਰ ਸਕੇ ਕਿ ਉਹਦੇ 'ਚ ਕਿਹੜੇ ਕਿਹੜੇ ਸਿੰਪਟਮ ਆਉਂਦੇ ਨੇ, ਕਦੋਂ ਆਉਂਦੇ ਨੇ। ਵੈਨ ਐਂਡ ਹਾਊ ਆਫਨ ਦੇ ਅਕਰ, ਮਤਲਬ ਕਦੋਂ ਹੁੰਦੇ ਨੇ ਤੇ ਕਿਵੇਂ ਹੁੰਦੇ ਨੇ। ਠੀਕ ਹੈ, ਵਟ ਸੀਮ ਟੂ ਕਾਜ਼ ਦੈਮ, ਮਤਲਬ ਉਹਨੂੰ ਪਤਾ ਕਿਵੇਂ ਲੱਗਦਾ ਗਾ ਵੀ ਇਹ ਐਲਰਜੀ ਕਿਤੋਂ ਹੋ ਸਕਦੀ ਹੈ। ਮਤਲਬ ਜਿਹੜੇ ਪਰਸਨ ਨੂੰ ਐਲਰਜੀ ਹੈ ਉਹਨੂੰ ਧਿਆਨ ਰੱਖਣਾ ਚਾਹੀਦਾ ਵੀ ਉਹਨੂੰ ਇਹ ਸਿੰਪਟਮ ਕਿਹੜੀ ਚੀਜ਼ ਖਾਣ ਤੋਂ ਬਾਅਦ, ਕਿਹੜੀ ਚੀਜ਼ ਪੀਣ ਤੋਂ ਬਾਅਦ ਜਾਂ ਕਿੱਥੇ ਜਾਣ ਤੋਂ ਬਾਅਦ ਆ ਰਹੇ ਨੇ। ਠੀਕ ਹੈ, ਫਿਰ ਉਹਨੂੰ ਫੈਮਿਲੀ ਹਿਸਟਰੀ ਵੀ ਦੱਸਣੀ ਚਾਹੀਦੀ ਡਾਕਟਰ ਨੂੰ ਕਿ ਮੇਰੀ ਫੈਮਿਲੀ 'ਚ ਇਸ ਪਰਸਨ ਨੂੰ ਪਹਿਲਾਂ ਤੋਂ ਇਹ ਪ੍ਰੋਬਲਮ ਹੈਗੀ ਹੈ ਜਾਂ ਨਹੀਂ ਹੈਗੀ। ਠੀਕ ਹੈ, ਵੈਦਰ ਔਰ ਨੋਟ ਅਦਰ ਹਾਊਸ ਹੋਲਡ ਮੈਂਬਰਸ ਹੈਵ ਸਿਮਿਲਰ ਰਿਐਕਸ਼ਨ, ਕਿ ਬਾਕੀ ਘਰ ਦੇ ਮੈਂਬਰਾਂ ਨੂੰ ਵੀ ਇਹ ਰਿਐਕਸ਼ਨ ਹੋਈ ਹੈ, ਤਾਂ ਇਹ ਸਾਰਾ ਕੁਝ ਦੱਸਣਾ ਚਾਹੀਦਾ ਕਿ ਡਾਇਗਨੋਸਿਸ ਦੇ ਦੌਰਾਨ। ਫਿਰ ਹੈਗਾ ਬਲੱਡ ਟੈਸਟ। ਥੀਜ਼ ਮੈਜ਼ਰ ਦਾ ਲੈਵਲ ਆਫ IgE, ਤਾਂ ਬੋਡੀ ਵਿੱਚ ਜੇ IgE ਦਾ ਲੈਵਲ ਵਧਿਆ ਹੋਵੇਗਾ ਇਟ ਮੀਨਸ ਉਸ ਪਰਸਨ ਨੂੰ ਐਲਰਜੀ ਹੈਗੀ ਆ, ਤਾਂ ਇਹ ਵੀ ਟੈਸਟ ਕਰਾਇਆ ਜਾ ਸਕਦਾ ਗਾ। ਇਸ ਤੋਂ ਇਲਾਵਾ ਹੁੰਦਾ ਸਕਿਨ ਪ੍ਰਿਕ ਟੈਸਟ। ਡਾਕਟਰ ਵਿਲ ਪ੍ਰਿਕ ਦਾ ਸਕਿਨ with a small amount of possible allergen. If skin react and become itchy, red or swollen, person may have allergy. ਮਤਲਬ ਸਕਿਨ ਪ੍ਰਿਕ ਟੈਸਟ ਦੇ ਵਿੱਚ
ਡਾਕਟਰ ਜਿਹੜਾ ਹੈਗਾ ਉਹ ਕਿਸੇ ਵੀ ਪਦਾਰਥ ਨੂੰ ਸਕਿਨ ਦੇ ਵਿੱਚ ਥੋੜੀ ਮਾਤਰਾ ਚ ਲਾ ਕੇ ਦੇਖਦਾ ਹੈਗਾ, ਤੇ ਜੇ ਸਕਿਨ ਰਿਐਕਟ ਕਰਦੀ ਹੈ ਇਹਦਾ ਮਤਲਬ ਉਸ ਪਰਸਨ ਨੂੰ ਉਸ ਚੀਜ਼ ਤੋਂ ਅਲਰਜੀ ਹੈ, ਤਾਂ ਸ਼ੋਰ ਸ਼ਾਟ ਪਤਾ ਲੱਗ ਜਾਂਦਾ ਹੈਗਾ, ਤਾਂ ਅੱਗੇ ਤੋਂ ਉਹ ਪਰਸਨ ਉਸ ਪਰਟੀਕੂਲਰ ਚੀਜ਼ ਨੂੰ ਅਵੋਇਡ ਕਰ ਸਕਦਾ ਹੈਗਾ। ਅੱਗੇ ਆਪਣਾ ਹੁੰਦਾ ਪੈਚ ਟੈਸਟ ਟੂ ਚੈੱਕ ਦਾ ਕੰਟੈਕਟ ਐਕਜ਼ੀਮਾ। ਐਕਜ਼ੀਮਾ ਇੱਕ ਸਕਿਨ ਦੀ ਡਿਜ਼ੀਜ਼ ਹੈ, ਐਲਰਜੀ ਹੈ। ਡਾਕਟਰ ਮੇ ਟੇਪ ਅ ਮੈਟਲ ਡਿਸਕ ਵਿਦ ਸਮਾਲ ਅਮਾਊਂਟ ਆਫ ਸਸਪੈਕਟਡ ਐਲਰਜਨ ਟੂ ਦਾ ਪਰਸਨਸ ਬੈਕ। ਮਤਲਬ ਉਸ ਪਰਸਨ ਦੀ ਬੈਕ ਦੇ ਉੱਪਰ ਡਾਕਟਰ ਇੱਕ ਮੈਟਲ ਦੇ ਡਿਸਕ ਨੂੰ ਲਗਾ ਸਕਦਾ ਗਾ ਜਿਹਦੇ ਵਿੱਚ ਐਲਰਜਨ ਹੋਊਗਾ, ਠੀਕ ਹੈ। ਉਸ ਤੋਂ ਬਾਅਦ 48 ਘੰਟੇ ਬਾਅਦ ਡਾਕਟਰ ਚੈੱਕ ਕਰੇਗਾ, ਠੀਕ ਹੈ। ਦੇ ਵਿਲ ਚੈੱਕ ਫॉर ਅ ਸਕਿਨ ਰਿਐਕਸ਼ਨ, ਤਾਂ ਦੇਖੇਗਾ ਕਿ ਸਕਿਨ ਰਿਐਕਸ਼ਨ ਹੋਈ ਜਾਂ ਨਹੀਂ ਹੋਈ। ਐਂਡ ਦੈਨ ਅਗੇਨ ਆਫਟਰ 2 ਡੇਜ਼, 2 ਦਿਨ ਬਾਅਦ ਫਿਰ ਚੈੱਕ ਕਰੇਗਾ ਕਿ ਰਿਐਕਸ਼ਨ ਹੋਈ ਜਾਂ ਨਹੀਂ ਹੋਈ, ਤਾਂ ਇਸ ਤੋਂ ਪਤਾ ਲਗਾਇਆ ਜਾਏਗਾ ਕਿ ਉਹ ਪਰਸਨ ਉਸ ਐਲਰਜਨ ਦੇ ਪ੍ਰਤੀ ਅਲਰਜਿਕ ਹੈ ਜਾਂ ਨਹੀਂ ਹੈ। ਸੋ ਹੁਣ ਗੱਲ ਕਰਾਂਗੇ ਟ੍ਰੀਟਮੈਂਟ ਦੀ। ਬੈਸਟ ਵੇ ਟੂ ਮੈਨੇਜ ਐਲਰਜੀ ਇਜ਼ ਟੂ ਅਵੋਇਡ ਦਾ ਐਲਰਜਨ। ਮਤਲਬ ਇੱਕੋ ਹੀ ਵਧੀਆ ਤਰੀਕਾ ਹੈਗਾ ਕਿ ਐਲਰਜੀ ਨੂੰ ਪ੍ਰੀਵੈਂਟ ਕਰੋ ਜਿੰਨਾ ਹੋ ਸਕਦਾ, ਠੀਕ ਹੈ। ਬਟ ਦਿਸ ਇਜ਼ ਨਾਟ ਆਲਵੇਜ਼ ਪੋਸੀਬਲ। ਕਦੇ ਆਪਾਂ ਨੂੰ ਇਹ ਸੰਭਵ ਨਹੀਂ ਵੀ ਹੋ ਸਕਦਾ ਹੁੰਦਾ ਕਿ ਆਪਾਂ ਉਹਨੂੰ ਅਵੋਇਡ ਕਰ ਸਕੀਏ, ਕਿਉਂਕਿ ਕਈ ਵਾਰ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਐਲਰਜੀ ਕਿਸ ਚੀਜ਼ ਤੋਂ ਹੈ। ਇਨ ਦਿਸ ਕੇਸਿਸ ਮੈਡੀਕਲ ਟ੍ਰੀਟਮੈਂਟ ਕੈਨ ਹੈਲਪ, ਠੀਕ ਹੈ। ਮੈਡੀਸਨ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ ਐਂਟੀਹਿਸਟਾਮਾਈਨਸ। ਦੀਸ ਬਲੋਕ ਦਾ ਐਕਸ਼ਨ ਆਫ ਹਿਸਟਾਮਾਈਨ, ਕਿਉਂਕਿ ਹਿਸਟਾਮਾਈਨ ਨਾਲ ਐਲਰਜੀ ਸ਼ੁਰੂ ਹੁੰਦੀ ਹੈ ਤਾਂ ਆਪਾਂ ਐਂਟੀਹਿਸਟਾਮਾਈਨ ਲਵਾਂਗੇ, ਜਿਵੇਂ ਕਿ ਸੈਟਰੀਜ਼ਨ, ਲੀਵੋਸੈਟਰੀਜ਼ਨ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ, ਤਾਂ ਉਹ ਐਂਟੀਹਿਸਟਾਮਾਈਨ ਹੁੰਦੇ ਨੇ। ਉਸ ਤੋਂ ਇਲਾਵਾ ਅਗਲੀ ਆਪਾਂ ਜਿਹੜੀ ਮੈਡੀਸਨ ਲੈ ਸਕਦੇ ਉਹਨੂੰ ਕਹਾਂਗੇ ਡੀਕੰਜੈਸਟੈਂਟ, ਠੀਕ ਹੈ। ਜਦੋਂ ਆਪਾਂ ਨੱਕ ਬੰਦ ਹੋ ਜਾਂਦਾ ਗਾ ਤਾਂ ਉਹਨੂੰ ਖੋਲ੍ਹਣ ਦੇ ਲਈ, ਉਹਨੂੰ ਠੀਕ ਕਰਨ ਦੇ ਲਈ ਡੀਕੰਜੈਸਟੈਂਟ ਆਪਾਂ ਦਵਾਈਆਂ ਯੂਜ਼ ਕਰ ਦਿਆਂਗੇ। ਤਾਂ ਬਲੌਕਡ ਨੋਜ਼ ਨੂੰ ਠੀਕ ਕਰਨ ਵਾਲੀਆਂ ਦਵਾਈਆਂ ਨੂੰ ਡੀਕੰਜੈਸਟੈਂਟ ਕਹਿੰਦੇ ਨੇ, ਠੀਕ ਹੈ। ਇਸ ਤਰ੍ਹਾਂ ਛਾਤੀ ਦੀ ਬਲੋਕੇਜ ਨੂੰ ਵੀ ਠੀਕ ਕਰਨ ਵਾਲੀਆਂ ਦਵਾਈਆਂ ਨੂੰ ਆਪਾਂ ਡੀਕੰਜੈਸਟੈਂਟ ਹੀ ਬੋਲਾਂਗੇ, ਓਕੇ। ਤਾਂ ਇਸ ਤੋਂ ਉਪਰੰਤ ਆਉਂਦੇ ਨੇ ਕੋਰਟੀਕੋਸਟੀਰੋਇਡਸ। ਦੀਜ਼ ਆਰ ਅਵੇਲੇਬਲ ਇਨ ਦਾ ਫਾਰਮ ਆਫ ਪਿਲ, ਮਤਲਬ ਗੋਲੀਆਂ ਦੀ ਫਾਰਮ 'ਚ ਆਉਂਦੇ ਨੇ, ਕਰੀਮ ਆਉਂਦੀ ਹੈਗੀ, ਨੇਜ਼ਲ ਸਪਰੇਅ ਆਉਂਦੀਆਂ ਨੇ, ਇਨਹੇਲਰ ਆਉਂਦੇ ਨੇ, ਠੀਕ ਹੈ, ਜਿਹਨੂੰ ਤੁਸੀਂ ਪੰਪ ਕਹਿੰਦੇ ਹੋਵੋਗੇ, ਆਮ ਹੀ ਸੁਣਿਆ ਹੋਏਗਾ, ਅਸਥਮਾ ਵਾਲੇ ਲੋਕ ਲੈਂਦੇ ਨੇ। ਤਾਂ ਉਹਦੇ ਵਿੱਚ ਬੇਸਿਕਲੀ ਕੋਰਟੀਕੋਸਟੀਰੋਇਡ ਹੁੰਦੇ ਨੇ, ਇਹ ਇਨਫਲਾਮੇਸ਼ਨ ਨੂੰ, ਐਲਰਜੀ ਨੂੰ ਘਟਾਉਂਦੇ ਨੇ। ਫਿਰ ਆਉਂਦੀ ਹੈ ਇਮਿਊਨੋਥੈਰੇਪੀ। ਦਿਸ ਕੈਨ ਹੈਲਪ ਦਾ ਪਰਸਨ ਟੂ ਡਿਵੈਲਪ ਲੌਂਗ ਟਰਮ ਟੋਲਰੈਂਸ। ਮਤਲਬ ਲੋਕਾਂ ਦੇ ਅੰਦਰ ਲੌਂਗ ਟਰਮ ਟੋਲਰੈਂਸ ਨੂੰ ਪੈਦਾ ਕਰਨ ਦੇ ਲਈ ਇਮਿਊਨੋਥੈਰੇਪੀ ਦੀ ਵਰਤੋਂ ਕੀਤੀ ਜਾਂਦੀ ਹੈ। ਪਰਸਨ ਵਿਲ ਟੇਕ ਗ੍ਰੈਜੂਅਲੀ ਇਨਕਰੀਜ਼ਿੰਗ ਡੋਜ਼ ਆਫ ਦਾ ਐਲਰਜਨ ਈਦਰ ਐਜ਼ ਅ ਟੈਬਲੇਟ ਔਰ ਇੰਜੈਕਸ਼ਨ, ਠੀਕ ਹੈ। ਮਤਲਬ ਇਹਦੇ 'ਚ ਇੱਕ ਤਰ੍ਹਾਂ ਦੇ ਆਪਾਂ ਐਲਰਜਨ ਹੀ ਪੇਸ਼ੈਂਟ ਦੇ ਅੰਦਰ ਲਗਾਉਂਦੇ ਹਾਂ ਤਾਂ ਕਿ ਉਹ ਆਪਣੇ ਐਂਟੀਬੋਡੀ ਜਿਹੜੀ ਹੈਗੀ ਪੈਦਾ ਕਰਕੇ ਇਸ ਤੋਂ ਬਚ ਸਕੇ। ਸੋ ਇਸ ਤੋਂ ਉਪਰੰਤ ਆਉਂਦਾ ਹੈਗਾ ਲਿਊਕੋਟਰਾਈਨ ਰਿਸੈਪਟਰ ਐਂਟਾਗੋਨਿਸਟ। ਦੀਜ਼ ਮੇ ਹੈਲਪ ਵਿਦ ਸਮ ਐਲਰਜੀਜ਼ ਇਫ ਅਦਰ ਟ੍ਰੀਟਮੈਂਟ ਹੈਵ ਨਾਟ ਵਰਕਡ। ਜੇ ਹੋਰ ਕੋਈ ਤਰੀਕਾ ਕੰਮ ਨਾ ਕਰੇ ਤਾਂ ਐਂਟੀ ਲਿਊਕੋਟਰੀਨ ਦਵਾਈਆਂ ਵੀ ਆਪਾਂ ਦੇ ਸਕਦੇ ਆਂਗੇ, ਠੀਕ ਹੈ। ਤਾਂ ਇਹ ਸਵੈਲਿੰਗ ਆਦਿ ਨੂੰ ਰੋਕਣ ਦੀ ਵਿੱਚ ਸਹਾਈ ਹੁੰਦੇ ਨੇ, ਫਾਇਦਾ ਕਰਦੇ ਨੇ। ਫਿਰ ਕਰਾਂਗੇ ਟ੍ਰੀਟਮੈਂਟ ਫॉर ਐਨਾਫਾਈਲੈਕਸਿਸ। ਐਨਾਫਾਈਲੈਕਸਿਸ ਇਜ਼ ਪੋਟੈਂਸ਼ੀਅਲੀ ਲਾਈਫ ਥ੍ਰੈਟਨਿੰਗ ਮੈਡੀਕਲ ਐਮਰਜੈਂਸੀ ਦੈਟ ਮੇ ਰਿਕੁਆਇਰ ਹੌਸਪੀਟਲਾਈਜੇਸ਼ਨ। ਮੈਂ ਦੱਸਿਆ ਕਿ ਜਿਹੜੀ ਐਨਾਫਾਈਲੈਕਟਿਕ ਸ਼ੌਕ ਹੁੰਦਾ ਗਾ ਉਹ ਵਿਦਿਨ 1 ਮਿੰਟ ਹੀ ਸ਼ੁਰੂ ਹੋ ਜਾਂਦਾ, ਠੀਕ ਹੈ, ਅਤੇ ਬਹੁਤ ਜ਼ਿਆਦਾ ਡੇਂਜਰਸ ਹੁੰਦਾ, ਡੈਥ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਇਸ ਕਰਕੇ ਅਗਰ ਐਨਾਫਾਈਲੈਕਟਿਕ ਸ਼ੌਕ ਹੋਵੇ ਤਾਂ ਪੇਸ਼ੈਂਟ ਨੂੰ ਆਪਾਂ ਨੂੰ ਹੌਸਪੀਟਲਾਈਜੇਸ਼ਨ ਹੀ ਕਰਨਾ ਪੈਂਦਾ ਗਾ, ਐਮਰਜੈਂਸੀ ਹੌਸਪੀਟਲ ਦੇ ਵਿੱਚ ਵਿਜ਼ਿਟ ਕਰਨਾ ਪੈਂਦਾ ਹੈ, ਠੀਕ ਹੈ। ਇਫ a person has difficulty breathing following exposure to allergen, they will need immediate treatment. This will usually be in the form of auto injector। ਮਤਲਬ ਅੱਜ ਕੱਲ੍ਹ ਇੱਕ ਆਟੋ ਇੰਜੈਕਟਰ ਆਉਂਦੇ ਨੇ ਜਿਹੜੇ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜਿਹੜੀ ਐਸੋਸੀਏਸ਼ਨ ਹੈ, ਇੱਕ ਸੰਸਥਾ ਹੈਗੀ, ਉਹਦੇ ਦੁਆਰਾ ਰਿਕਮੈਂਡ ਕੀਤੇ ਗਏ ਨੇ ਕਿ ਜਿਨ੍ਹਾਂ ਲੋਕਾਂ ਨੂੰ ਐਨਾਫਾਈਲੈਕਟਿਕ ਸ਼ੌਕ ਦਾ ਖਤਰਾ ਜ਼ਿਆਦਾ ਹੁੰਦਾ ਗਾ ਉਹਨਾਂ ਨੂੰ ਇਹ ਆਟੋ ਇੰਜੈਕਟਰ ਆਪਦੇ ਕੋਲ ਹਮੇਸ਼ਾ ਰੱਖਣੇ ਚਾਹੀਦੇ ਨੇ, ਠੀਕ ਹੈ। 2 ਇੰਜੈਕਸ਼ਨ ਰੱਖਣੇ ਚਾਹੀਦੇ ਨੇ ਅਤੇ ਇਹਦੇ ਵਿੱਚ ਦਵਾਈ ਜਿਹੜੀ ਹੁੰਦੀ ਉਹਨੂੰ ਕਹਿੰਦੇ ਨੇ ਐਪੀਨੈਫਰੀਨ, ਓਕੇ। ਤਾਂ ਜਦੋਂ ਹੀ ਉਹਨਾਂ ਨੂੰ ਸੀਵੀਅਰ ਐਲਰਜੀ ਹੁੰਦੀ ਦਿਸੇ ਤਾਂ ਇਮੀਡੀਏਟਲੀ ਉਹਨੇ ਆਪਦੇ ਇਹ ਇੰਜੈਕਸ਼ਨ ਲਗਾ ਲੈਣਾ ਹੁੰਦਾ ਗਾ, ਠੀਕ ਹੈ। ਤਾਂ ਇਹ ਆਟੋ ਇੰਜੈਕਟਰ ਸਿਰਫ ਰੱਖਣਾ ਹੁੰਦਾ ਅਤੇ ਆਪਣੇ ਆਪ ਇਹ ਇੰਜੈਕਸ਼ਨ ਜਿਹੜਾ ਹੈਗਾ, ਇਹਦੀ ਮੈਡੀਕੇਸ਼ਨ ਜਿਹੜੀ ਹੈਗੀ ਉਹ ਅੰਦਰ ਸਰੀਰ ਦੇ ਚਲੀ ਜਾ ਸਕਦੀ ਹੈ। ਸੋ ਅੱਗੇ ਆਉਂਦਾ ਪ੍ਰੀਵੈਂਸ਼ਨ ਐਂਡ ਪ੍ਰੀਕਾਸ਼ਨ। ਦੇਰ ਇਜ਼ ਨੋ ਵੇ ਟੂ ਪ੍ਰੀਵੈਂਟ ਔਰ ਕਿਉਰ ਦਾ ਐਲਰਜੀ। ਮਤਲਬ ਕੋਈ ਵੀ ਇਸ ਤਰ੍ਹਾਂ ਦਾ ਤਰੀਕਾ ਨਹੀਂ ਹੈ ਕਿ ਜਿਹਨੂੰ ਆਪਾਂ ਪ੍ਰੀਵੈਂਟ ਕਰ ਸਕੀਏ ਜਾਂ ਕਿਉਰ ਕਰ ਸਕੀਏ, ਬਟ ਇਟ ਇਜ਼ ਪੋਸੀਬਲ ਟੂ ਪ੍ਰੀਵੈਂਟ ਆਰ ਰਿਐਕਸ਼ਨ ਔਰ ਮੈਨੇਜ ਦਾ ਸਿੰਪਟਮ। ਆਪਾਂ ਸਿਰਫ ਰਿਐਕਸ਼ਨ ਨੂੰ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ, ਠੀਕ ਹੈ। ਤਾਂ ਜਿਹੜੇ ਲੱਛਣ ਇਹਦੇ ਆਪਾਂ ਨੂੰ ਆਉਂਦੇ ਨੇ ਐਲਰਜੀ ਦੇ, ਤਾਂ ਆਪਾਂ ਉਹਨੂੰ ਮੈਨੇਜ ਕਰ ਸਕਦੇ ਹਾਂ। Those at risk of allergic reaction should take measure to avoid exposure to known allergen। ਮਤਲਬ ਜੇ ਆਪਾਂ ਨੂੰ ਪਤਾ ਹੋਵੇ ਵੀ ਆਪਾਂ ਨੂੰ ਕਿਸ ਚੀਜ਼ ਤੋਂ ਐਲਰਜੀ ਹੈ ਤਾਂ ਉਹਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਕੈਰੀ 2 ਆਟੋ ਇੰਜੈਕਟਰ ਐਂਡ ਨੋ ਹਾਊ ਟੂ ਯੂਜ਼ ਦੈਮ ਕਰੈਕਟਲੀ। ਆਟੋ ਇੰਜੈਕਟਰ 2 ਹਮੇਸ਼ਾ ਕੋਲ ਰੱਖਣੇ ਚਾਹੀਦੇ ਨੇ।
ਜਿਨ੍ਹਾਂ ਨੂੰ ਜ਼ਿਆਦਾ ਖਤਰਾ ਹੈਗਾ ਤੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਉਹਨੂੰ ਯੂਜ਼ ਕਿਵੇਂ ਕਰਨਾ, ਠੀਕ ਹੈ। ਤੇ ਅਲਰਜੀ ਟੈਸਟਿੰਗ ਕਰਾਉਣੀ ਚਾਹੀਦੀ ਹੈਗੀ ਜਦੋਂ ਵੀ ਆਪਾਂ ਨੂੰ ਲੱਗੇ ਕਿ ਆਪਾਂ ਕਿਸ ਸਬਸਟਾਂਸ ਤੋਂ ਅਲਰਜਿਕ ਆ, ਆਪਾਂ ਨੂੰ ਪਤਾ ਲਗਾਉਣਾ ਚਾਹੀਦਾ ਹੈਗਾ ਤਾਂ ਕਿ ਆਪਾਂ ਉਹਨੂੰ ਅਵੋਇਡ ਕਰ ਸਕੀਏ, ਠੀਕ ਹੈ। ਸੋ ਇਹ ਸੀਗਾ ਵੀਡੀਓ ਅਲਰਜੀ ਦੇ ਬਾਰੇ। ਹਿਸਟਾਮਾਈਨ ਕੀ ਹੁੰਦੇ ਨੇ, ਅਲਰਜੀ ਕੀ ਹੁੰਦੀ ਹੈ, ਐਂਟੀ ਹਿਸਟਾਮਾਈਨ ਕੀ ਹੁੰਦੇ ਨੇ, ਅਲਰਜੀ ਨੂੰ ਡਾਇਗਨੋਸ ਕਿਵੇਂ ਕਰਨਾ, ਪ੍ਰੀਵੈਂਟ ਕਿਵੇਂ ਕਰਨਾ। ਸੋ ਅਗਰ ਵੀਡੀਓ ਚੰਗਾ ਲੱਗੇ ਤਾਂ ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਬਿਲਕੁਲ ਨਾ ਭੁੱਲੋ। ਥੈਂਕ ਯੂ।